ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰਿ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਜੋ ਉਪਜਿਓ ਸੋ ਬਿਨਸ ਹੈ, ਜਿਹੜਾ ਬਿਨਸ ਗਿਆ, ਸਮਾਂ ਲੰਘ ਗਿਆ, ਉਹ ਲੰਘੇ ਹੋਏ ਸਮੇਂ ਵਿੱਚ ਜੋ ਘਟਨਾਵਾਂ ਘਟਦੀਆਂ ਹਨ, ਉਹਨਾਂ ਦਾ ਇਤਿਹਾਸ ਬਣਦਾ ਹੈ। ਪਰ ਜਿਹੜੀਆਂ ਘਟਨਾਵਾਂ ਪਰਮ ਪੁਰਖਾਂ ਦੇ ਕਰਕੇ ਘਟਦੀਆਂ ਹਨ, ਉਹਨਾਂ ਦੁਆਰਾ ਘਟਦੀਆਂ ਹਨ। ਜਾਂ ਜਿਹੜੀਆਂ ਘਟਨਾਵਾਂ ਬਹੁਤ ਪ੍ਰਚਲਿਤ ਹੁੰਦੀਆਂ ਹਨ, ਉਹਨਾਂ ਦਾ ਮੌਜੂਦਾ ਸਮੇਂ ਵਿੱਚ ਉਦਾਹਰਣ ਦੇ ਕੇ ਸਮਝਾਇਆ ਜਾਂਦਾ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪੁਰਾਣੇ ਇਤਿਹਾਸ ਦੀਆਂ ਕੁਛ ਕੁ ਘਟਨਾਵਾਂ ਦਾ ਜ਼ਿਕਰ ਕਰਕੇ ਸਮਝਾਇਆ ਹੈ। ਜਿਵੇਂ ਇਵੇਂ ਸਮਝ ਲਵੋ ਤੁਸੀਂ, 12 ਜੋਜਨ ਛਤਰ ਚਲੇ ਥਾ, ਦੇਹੀ ਗਿਰਜਨ ਖਾਈ। ਇਹ ਇਤਿਹਾਸ ਬਹੁਤ ਪ੍ਰਚਲਿਤ ਹੈ। ਕੈਰੋ ਤੇ ਪਾਂਡਵਾਂ ਦਾ ਯੁੱਧ, ਤੇ ਕੈਰਵ ਹਾਰ ਗਏ ਸਨ, ਪਰਾਜਿਤ ਹੋ ਗਏ ਸਨ। ਜਿਨ੍ਹਾਂ ਨੂੰ ਬਹੁਤ ਮਾਣ ਸੀ ਆਪਣੇ ਆਪ ਤੇ, ਆਪਣੀ ਸੈਨਾ ਤੇ, ਆਪਣੇ ਸੂਰਮਿਆਂ ਤੇ ਉਹਨਾਂ ਦਾ ਉਦਾਹਰਣ ਦੇ ਕੇ ਸਮਝਾਇਆ ਹੈ ਵੀ ਐਸੇ ਜਿਹੜੇ ਸੂਰਮੇ ਸਨ, ਜਿਨ੍ਹਾਂ ਦੇ ਪਿੱਛੇ 12-12 ਯੋਜਨ ਤੱਕ ਸੈਨਾ ਚੱਲਦੀ ਸੀ, ਤੇ ਹੁਕਮ ਚੱਲਦਾ ਸੀ, ਤੇ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਵੀ ਕੋਈ ਨਹੀਂ ਬਚਿਆ ਹੈ। ਸਾਰੇ ਦੇ ਸਾਰੇ ਹੀ ਮਰ ਗਏ, ਤੇ ਉਹਨਾਂ ਦੀ ਦੇਹੀ ਨੂੰ ਗਿਰਜਾਂ ਨੇ ਖਾਧਾ, ਇੱਲਾਂ ਨੇ ਖਾਧਾ, ਜਾਨਵਰਾਂ ਨੇ ਉਹਨਾਂ ਦੇ ਸਰੀਰਾਂ ਨੂੰ ਖਾਧਾ, ਕਿਉਂਕਿ ਸਰੀਰਾਂ ਦਾ ਸੰਸਕਾਰ ਕਰਨ ਵਾਲਾ ਵੀ ਕੋਈ ਨਹੀਂ ਬਚਿਆ। ਐਡੇ ਐਡੇ ਵੱਡੇ ਜਿਹੜੇ ਛਤਰਪਤੀ ਰਾਜੇ ਹੋਏ ਹਨ, ਇਹ ਪ੍ਰਮਾਣ ਦਿੱਤਾ ਹੋਇਆ ਹੈ ਵੀ ਸਭ ਕੁਛ ਹੀ ਤਬਾਹ ਹੋ ਜਾਂਦਾ ਹੈ। ਇਵੇਂ ਹੀ ਪੁਰਾਣੇ ਇਤਿਹਾਸ ਦਾ ਪ੍ਰਮਾਣ ਦੇ ਕੇ ਤੇ ਅਜੋਕੇ ਸਮੇਂ 'ਚ ਸਮਝਾਇਆ ਜਾਂਦਾ ਹੈ। ਪਰ ਜਿਹੜਾ ਗਿਆਨਵਾਨ ਪੁਰਖ ਹੈ ਨਾ, ਉਹ ਪੁਰਾਣੇ ਇਤਿਹਾਸ ਦਾ ਪ੍ਰਮਾਣ ਦੇ ਕੇ ਤੇ ਅਜੋਕੇ ਸਮੇਂ 'ਚ ਉਸੇ ਗੱਲ ਨੂੰ ਸਮਝਾਉਂਦਾ ਹੈ। ਪਰ ਜਿਹੜੇ ਬਾਹਰਮੁਖੀ ਧਾਰਮਿਕ ਹਨ, ਜਾਂ ਇਤਿਹਾਸ ਦੇ ਨਾਲ ਜੁੜੇ ਹੋਏ ਹਨ, ਇਤਿਹਾਸ ਪੜ੍ਹਦੇ ਹਨ, ਉਹਨਾਂ ਦੀ ਰੁਚੀ ਇਤਿਹਾਸ ਦੇ ਵਿੱਚ ਹੈ, ਤਾਂ ਉਹ ਇਤਿਹਾਸ ਨੂੰ ਪੜ੍ਹ ਕੇ ਤੇ ਉਸ ਸਮੇਂ ਦੇ ਵਿੱਚ ਚਲੇ ਜਾਂਦੇ ਹਨ ਜਿਹੜੇ ਸਮੇਂ ਦੀ ਗੱਲ ਕੀਤੀ ਹੈ ਕਵੀ ਨੇ। ਤੇ ਕਵੀ ਵੀ ਉਹੋ ਹੀ ਸੂਝਵਾਨ ਹੈ ਨਾ, ਜਿਹੜਾ ਇਸ ਢੰਗ ਦੇ ਨਾਲ ਕਵਿਤਾ ਲਿਖੇ ਵੀ ਕਵਿਤਾ ਦੇ ਵਿੱਚ ਤੁਸੀਂ ਬਿਲਕੁਲ ਬਹਿ ਜਾਓ, ਇਮੋਸ਼ਨਲ ਹੋਵੇ ਕਵਿਤਾ, ਤੇ ਤੁਸੀਂ ਵੈਰਾਗ ਦੇ ਵਿੱਚ ਉਸੇ ਸਮੇਂ ਦੇ ਵਿੱਚ ਪਹੁੰਚ ਜਾਓ
ਪੂਰੀ ਸੀਨਰੀ ਬਣਾ ਦਿੰਦੇ ਹਨ ਕਵੀ। ਰਾਈਟਰ ਕਹਿ ਲਈ, ਕਹਾਣੀਕਾਰ ਕਹਿ ਲਈ। ਕਹਾਣੀ ਉਹ ਹੀ ਪਸੰਦ ਕਰਦੇ ਹਨ ਲੋਕ ਨਾ, ਜਿਹੜੀ ਕਹਾਣੀ ਦੇ ਵਿੱਚ ਤੁਸੀਂ ਬਹਿ ਜਾਓ। ਜਿਵੇਂ ਫਿਲਮ ਕੋਈ ਤਿਆਰ ਕਰਦਾ, ਫਿਲਮ ਦੀ ਕਹਾਣੀ ਲਿਖਦਾ, ਤੋ ਖਿਆਲ ਰੱਖਦਾ ਹੈ ਦੇਖਣ ਵਾਲਿਆਂ ਦੇ ਦਿਮਾਗ ਵੱਲ, ਵੀ ਆਦਮੀ ਦਾ ਦਿਮਾਗ ਕਿਵੇਂ ਕੰਮ ਕਰਦਾ ਹੈ ਅਤੇ ਕਿਵੇਂ, ਕਿਹੜੀ ਰੁਚੀ ਦੁਆਰਾ। ਤੋ ਰੁਚੀ ਦਾ ਧਿਆਨ ਰੱਖ ਕੇ ਕਹਾਣੀ ਬਣਾਉਂਦਾ ਹੈ। ਕਵੀ ਹਨ, ਸੰਗੀਤਕਾਰ ਹਨ, ਗੀਤਕਾਰ ਹਨ, ਤੋ ਸਰੋਤਿਆਂ ਦਾ ਧਿਆਨ ਰੱਖਦੇ ਹਨ। ਤੋ ਉਸ ਕਵਿਤਾ ਦੇ ਵਿੱਚ, ਉਸ ਕਹਾਣੀ ਦੇ ਵਿੱਚ ਤੋ ਉਹ ਅਗਰ ਵੈਰਾਗਮਈ ਹੈ ਤੇ ਵੈਰਾਗਮਈ ਕਵਿਤਾ ਉਸ ਢੰਗ ਦੇ ਨਾਲ ਲਿਖਦੇ ਹਨ। ਫਿਰ ਉਸੇ ਢੰਗ ਦੇ ਨਾਲ ਬੋਲੀ ਜਾਵੇ ਤੇ ਜ਼ਿਆਦਾ ਅਸਰ ਹੁੰਦਾ ਹੈ। ਜਿਵੇਂ ਕਵੀ ਹਨ ਨਾ, ਉਹ ਗਾਉਂਦੇ ਹਨ ਜਦੋਂ ਕਵਿਤਾ ਨੂੰ, ਅਗਰ ਵੀਰ ਰਸ ਦੀ ਹੈ ਤੇ ਵੀਰ ਰਸ ਦੀ ਤਰਜ ਦੇ ਨਾਲ ਗਾਉਣੀ ਹੈ, ਤਾਂ ਹੀ ਉਹਨਾਂ 'ਤੇ ਅਸਰ ਹੁੰਦਾ ਹੈ ਨਾ ਸੁਣਨ ਵਾਲਿਆਂ 'ਤੇ। ਅਤੇ ਜ਼ਿਆਦਾਤਰ ਕਹਾਣੀਕਾਰ, ਕਵੀ ਜਿਹੜੇ ਇਤਿਹਾਸ ਦੀ ਗੱਲ ਕਰਦੇ ਹਨ, ਜਿਹੜੀ ਘਟਨਾ ਦੀ ਗੱਲ ਕਰਦੇ ਹਨ, ਉਸ ਘਟਨਾ ਦੇ ਵਿੱਚ ਪਿੱਛੇ ਲੈ ਕੇ ਜਾਂਦੇ ਹਨ। ਅਤੇ ਜਿਹੜਾ ਵਰਤਮਾਨ 'ਚ ਜੀ ਰਿਹਾ ਹੈ ਨਾ, ਉਹ ਉਸ ਘਟਨਾ ਨੂੰ ਵਰਤਮਾਨ ਦੇ ਵਿੱਚ ਸਮਝਾਉਂਦਾ ਹੈ। ਫਿਰ ਹੋਰ ਵੀ ਫਰਕ ਹੁੰਦਾ ਹੈ। ਜਿਵੇਂ ਕੱਲ੍ਹ ਅਨੰਦਪੁਰ ਸਾਹਿਬ ਦੀ ਘਟਨਾ ਦਾ ਜ਼ਿਕਰ ਕੀਤਾ ਸੀ। ਅਤੇ ਜਿਸ ਢੰਗ ਦੇ ਨਾਲ ਮੈਂ ਤੁਹਾਨੂੰ ਦੱਸ ਰਿਹਾ ਹਾਂ, ਇਤਿਹਾਸ ਦੇ ਵਿੱਚ ਐਸਾ ਨਹੀਂ ਲਿਖਿਆ ਮਿਲੇਗਾ ਤੁਹਾਨੂੰ। ਤੁਸੀਂ ਖੋਜੋਗੇ ਇਤਿਹਾਸ ਦੇ ਵਿੱਚ ਤੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਨਹੀਂ ਮਿਲਣਗੀਆਂ, ਕਿਉਂਕਿ ਇਤਿਹਾਸਕਾਰ ਬਾਹਰ ਦੀਆਂ ਗੱਲਾਂ ਲਿਖਦੇ ਹਨ। ਇਹ ਵੀ ਫਰਕ ਹੈ। ਉਸ ਸਮੇਂ ਬਾਹਰ ਕੀ ਹੋਇਆ, ਜਦੋਂ ਤਲਵਾਰ ਕੱਢੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਲਲਕਾਰ ਕੇ ਬਹੁਤ ਹੀ ਵੀਰ ਰਸ ਦੇ ਵਿੱਚ ਆਵਾਜ਼ ਦਿੱਤੀ। ਅਤੇ ਇਤਿਹਾਸਕਾਰ ਕਹਿੰਦੇ ਹਨ ਵੀ ਬਹੁਤ ਸਾਰੇ ਲੋਕ ਨੱਠ ਗਏ, ਡਰ ਗਏ, ਭੱਜ ਗਏ। ਉਹ ਬਾਹਰ ਦੀ ਗੱਲ ਕਰਦੇ ਹਨ, ਪਰ ਇੱਥੇ ਕੁਛ ਅੰਦਰ ਦੀ ਗੱਲ ਕੀਤੀ ਜਾ ਰਹੀ ਹੈ। ਅਤੇ ਅੰਦਰ ਦੀ ਗੱਲ ਅੰਦਰ ਦੇ ਸੁਭਾਵ ਨੂੰ ਸਮਝ ਕੇ ਕੀਤੀ ਜਾਂਦੀ ਹੈ ਵੀ ਆਦਮੀ ਦਾ ਸੁਭਾਵ ਕੀ ਹੈ। ਉਸ ਸਮੇਂ ਜੈਸਾ ਆਦਮੀ ਦਾ ਅੰਦਰੋਂ ਸੁਭਾਵ ਸੀ ਨਾ, ਵੈਸਾ ਹੀ ਆਦਮੀ ਦਾ ਹੁਣ ਵੀ ਸੁਭਾਵ ਹੈ। ਇਸੇ ਕਰਕੇ ਹੀ ਤੇ ਪੁਰਾਣਾ ਉਪਦੇਸ਼ ਹੁਣ ਵੀ ਕੰਮ ਆਉਂਦਾ ਹੈ। ਉਹੋ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਦੋਂ ਸਨ, ਉਹੋ ਹੀ ਹੁਣ ਹਨ। ਤੇ ਉਸ ਸਮੇਂ ਜਿਹੜੇ ਬੁੱਧੀਜੀਵੀ ਸਨ, ਸਮਝਦਾਰ ਸਨ, ਬਹੁਤ ਸਨ, ਮੌਜੂਦ ਸਨ ਉਦੋਂ ਉਹਨਾਂ ਕੋਲ। ਬਹੁਤ ਕਵੀ ਸਨ, ਕਵੀ ਦਰਬਾਰ ਵੀ ਹੋਇਆ ਕਰਦਾ ਸੀ। ਬਹੁਤ ਵਿਦਵਾਨ ਸਨ ਚੋਟੀ ਦੇ ਉਹਨਾਂ ਕੋਲ। ਅਤੇ ਕੋਈ ਵੀ ਉੱਠ ਕੇ ਨਹੀਂ ਆਇਆ ਹੈ ਆਪਣਾ ਸਿਰ ਦੇਣ ਵਾਸਤੇ। ਇਹ ਸਮਝਣ ਵਾਲੀ ਗੱਲ ਹੈ। ਇੱਥੇ ਇਹ ਗੱਲ ਸਮਝਣ ਵਾਲੀ ਹੈ ਵੀ ਸਿਰ ਦੇਣ ਵਾਸਤੇ ਜਾਂ ਪ੍ਰੇਮ ਦੀ ਖੇਡ ਖੇਡਣ ਵਾਸਤੇ ਉਹੋ ਹੀ ਤਿਆਰ ਹੁੰਦਾ ਹੈ ਜਿਹੜਾ ਬੁੱਧੀ ਦੇ ਤਲ 'ਤੇ ਨਹੀਂ ਜੀਂਦਾ ਹੈ। ਜਿਹੜਾ ਸਮਝਦਾਰ ਹੈ ਨਾ, ਬੁੱਧੀ ਦੇ ਤਲ 'ਤੇ ਜੀਂਦਾ ਹੈ, ਉਹ ਥੋੜ੍ਹੀ ਤਿਆਰ ਹੁੰਦਾ ਹੈ। ਉਹ ਤਾਂ ਬੇਸਮਝ ਸਮਝਦਾ ਹੈ ਪ੍ਰੇਮੀਆਂ ਨੂੰ, ਕਹਿੰਦਾ ਪਾਗਲ ਹੈ।
ਪਾਗਲ ਸਮਝਿਆ ਸੀ। ਜਿਨ੍ਹਾਂ ਨੇ ਘਰ-ਬਾਰ ਛੱਡ ਕੇ ਬਾਹਰ ਦੀਵਾਨਿਆਂ ਵਾਂਗੂ ਗੀਤ ਗਾਉਂਦੇ ਸੀ ਪਰਮਾਤਮਾ ਦੇ, ਗੋਬਿੰਦ ਕੀ, ਉਹਨਾਂ ਨੂੰ ਪਾਗਲ ਹੀ ਕਹਿੰਦੇ ਸਨ ਨਾ ਲੋਕ। ਹੁਣ ਤੁਸੀਂ ਕਰਦੇ ਹੋ ਯਾਦ, ਉਦੋਂ ਤੇ ਪਾਗਲ ਹੀ ਕਹਿੰਦੇ ਸਨ। ਤੇ ਬੁੱਧੀਜੀਵੀ ਤੇ ਪਾਗਲ ਕਹਿੰਦੇ ਹਨ। ਤੁਸੀਂ ਸੋਚੋ, ਅਗਰ ਕਿਸੇ ਸਮਝਦਾਰ ਨੂੰ ਕਿਹਾ ਹੁੰਦਾ ਵੀ ਤੂੰ ਉੱਠ ਕੇ ਸਿਰ ਦੇ ਦੇ ਉੱਥੇ, ਤੂੰ ਬੜਾ ਪਿਆਰ ਕਰਦਾ ਹੈ ਗੁਰੂ ਨੂੰ, ਜਾ, ਉਹ ਕਹਿੰਦਾ ਥੋੜ੍ਹਾ ਸੋਚ ਤੇ ਲੈਣ ਦੇ ਮੈਨੂੰ, ਸਿਰ ਦੇਣ ਦਾ ਮਾਮਲਾ ਹੈ, ਵੀ ਸਿਰ ਅਲੱਗਾ ਹੋ ਗਿਆ ਤੇ ਫਿਰ ਸੋਚਣ ਦਾ ਵੀ ਮੌਕਾ ਨਹੀਂ ਮਿਲਣਾ। ਮੈਂ ਸੋਚ ਵਿਚਾਰ ਕੇ ਫਿਰ ਦੇਖੂੰਗਾ ਵੀ ਸਿਰ ਦੇਣਾ ਹੈ ਕਿ ਨਹੀਂ ਦੇਣਾ ਹੈ। ਖਿਆਲ ਕਰਿਓ, ਤੁਸੀਂ ਅਜੋਕੇ ਸਮੇਂ ਦੇ ਆਧਾਰ 'ਤੇ ਸੋਚਿਓ, ਪਿੱਛੇ ਨਹੀਂ ਜਾਣਾ ਹੈ। ਪਿਛਲੀ ਕਹਾਣੀ ਦੁਬਾਰਾ ਹੁਣ ਸਮਝਣਾ ਹੈ, ਪਿਛਲੀ ਘਟਨਾ ਦੁਬਾਰਾ ਹੁਣ ਸਮਝਣਾ ਹੈ। ਇਸ ਸਮੇਂ ਵੀ ਅਗਰ ਸਮਝਦਾਰ ਨੂੰ ਕਿਹਾ ਗਿਆ ਹੋਵੇ ਇਹੋ ਜਿਹੀ ਗੱਲ, ਫਿਰ ਦੂਸਰੀ ਗੱਲ ਵੀ ਜਿਹੜੀ ਘਟਨਾ ਘਟ ਚੁੱਕੀ ਹੈ ਨਾ, ਉਹ ਦੁਬਾਰਾ ਨਹੀਂ ਘਟਦੀ। ਇਤਿਹਾਸ ਦੁਬਾਰਾ ਨਹੀਂ ਦੁਹਰਦਾ ਹੈ, ਉਹ ਸਮਾਂ ਦੁਬਾਰਾ ਨਹੀਂ ਆਉਂਦਾ ਹੈ, ਕਦੀ ਵੀ ਨਹੀਂ ਆਵੇਗਾ। ਅਗਰ ਕੋਈ ਨਕਲ ਵੀ ਕਰਦਾ ਹੈ ਨਾ ਪੁਰਾਣੇ ਸਮੇਂ ਦੀ, ਤਾਂ ਨਕਲਚੀ ਹੈ, ਪਖੰਡੀ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਉਹਨੂੰ ਕੁਝ ਵੀ ਪਤਾ ਨਹੀਂ ਹੈ ਜਿਹੜਾ ਨਕਲ ਕਰਦਾ, ਨਕਲ ਥੋੜ੍ਹਾ ਹੁੰਦੀ। ਤੇ ਜੋ ਸਮਾਂ ਬੀਤ ਗਿਆ ਹੈ ਉਹ ਬੀਤ ਗਿਆ ਹੈ, ਉਹ ਦੁਬਾਰਾ ਨਹੀਂ ਆਵੇਗਾ, ਨਾ ਹੀ ਵੈਸਾ ਹੋਵੇਗਾ ਕਦੀ ਦੁਬਾਰਾ, ਨਾ ਵੈਸੇ ਲੋਕ ਆਉਣਗੇ, ਕੁਛ ਵੀ ਨਹੀਂ ਹੋਵੇਗਾ। ਲੇਕਿਨ ਉਸ ਘਟਨਾ ਦੁਆਰਾ ਸਮਝਿਆ ਜਾ ਸਕਦਾ ਹੈ ਵੀ ਆਦਮੀ ਦੀ ਸਮਝ ਜਿਹੜੀ ਹੈ, ਬੁੱਧੀ ਹੈ, ਉਹ ਐਸੇ ਕੰਮ ਕਰਦੀ ਹੈ। ਬੁੱਧੀਜੀਵੀ ਜਿਹੜਾ ਸਮਝਦਾਰ ਹੈ ਉਹ ਪ੍ਰੇਮ ਦੇ ਮਾਰਗ 'ਤੇ ਨਹੀਂ ਚੱਲਦਾ ਹੈ। ਚੱਲ ਨਹੀਂ ਸਕਦਾ ਹੈ। ਪ੍ਰੇਮ ਦੇ ਮਾਰਗ 'ਤੇ ਉਹ ਹੀ ਚੱਲਦਾ ਹੈ ਜਿਹੜਾ ਬੁੱਧੀ ਦੇ ਤਲ 'ਤੇ ਨਹੀਂ ਸੋਚਦਾ ਹੈ ਜ਼ਿਆਦਾ। ਐਸਾ ਹੀ ਹੋਇਆ ਸੀ ਨਾ, ਅੱਲੜ ਨੌਜਵਾਨ ਜਿਹੜੇ ਸਨ ਉਹ ਉੱਠ ਕੇ ਗੁਰੂ ਦੇ ਸਨਮੁਖ ਆ ਕੇ ਖੜੇ ਹੋ ਗਏ, ਸਿਰ ਦੇਣ ਵਾਸਤੇ ਤਿਆਰ ਹੋ ਗਏ। ਸਮਝਦਾਰ ਨਹੀਂ ਕਰਦਾ ਹੈ ਐਸਾ ਕੰਮ। ਤੇ ਇਤਿਹਾਸ ਜੋ ਪੁਰਾਣਾ ਹੈ ਨਾ, ਉਹਦੇ ਵਿੱਚ ਜਿਹੜੀਆਂ ਘਟਨਾਵਾਂ ਹਨ ਮਹੱਤਵਪੂਰਨ, ਬਹੁਤ ਪ੍ਰਚਲਿਤ ਹੁੰਦੀਆਂ ਹਨ, ਉਹਨਾਂ ਦੁਆਰਾ ਪ੍ਰਮਾਣ ਦੇ ਕੇ ਸਮਝਾਇਆ ਜਾਂਦਾ ਹੈ। ਐਸਾ ਨਹੀਂ ਵੀ ਉਹ ਇਤਿਹਾਸ ਦੇ ਵਿੱਚ ਤੁਸੀਂ ਫਰੋਲਣਾ ਸ਼ੁਰੂ ਕਰ ਦਿਓ। ਕਈ ਸਿੱਧ ਕਰਨਾ ਸ਼ੁਰੂ ਕਰ ਦਿੰਦੇ ਹਨ ਵੀ ਕੀ ਠੀਕ ਹੈ ਕੀ ਗਲਤ ਹੈ। ਬਹੁਤ ਸੋਧ ਕਰਦੇ ਹਨ ਇਤਿਹਾਸ ਦੀ। ਇਤਿਹਾਸ ਦੀ ਸੋਧ ਕਰਕੇ ਵੀ ਕੀ ਕਰੋਗੇ? ਫਿਰ ਅਗਰ ਕਿਸੇ ਘਟਨਾ ਨੂੰ ਤੁਸੀਂ ਸਿੱਧ ਵੀ ਕਰਨਾ ਹੋਵੇ ਪੁਰਾਣੀ ਨੂੰ, ਤਾਂ ਕਿਵੇਂ ਕਰੋਗੇ? ਜੋ ਲਿਖਿਆ ਹੈ ਉਹਦੇ ਆਧਾਰ 'ਤੇ ਹੀ ਕਰੋਗੇ, ਅਤੇ ਕਰ ਵੀ ਦਿਓਗੇ ਅਤੇ ਫਰਕ ਕੁਝ ਨਹੀਂ ਪੈਣਾ, ਕਿਉਂਕਿ ਲੰਘ ਹੀ ਚੁੱਕਾ ਹੈ ਸਮਾਂ। ਕਿਵੇਂ ਹੋਇਆ ਸੀ, ਕਿੱਦਾਂ ਹੋਇਆ ਸੀ, ਹੋਇਆ ਸੀ ਕਿ ਨਹੀਂ ਹੋਇਆ ਸੀ, ਜਦੋਂ ਮਿਟ ਹੀ ਗਿਆ ਸਮਾਂ, ਅਤੇ ਉਹਦੇ 'ਚ ਤਾਂ ਕੁਝ ਵੀ ਨਹੀਂ। ਆਹ ਸਮਾਂ ਜੋ ਚੱਲ ਰਿਹਾ ਹੈ ਨਾਲੋਂ ਨਾਲ ਮਿਟ ਰਿਹਾ ਹੈ, ਘਟਨਾਵਾਂ ਘਟੀ ਜਾਂਦੀਆਂ, ਮਿਟੀ ਜਾਂਦੀਆਂ। ਕੀ ਸਿੱਧ ਕਰਨਾ? ਸਾਹਮਣੇ ਨਹੀਂ ਕੁਝ ਸਿੱਧ ਹੁੰਦਾ ਹੈ। ਅਤੇ ਜਿਹੜਾ ਸਮਾਂ ਲੰਘ ਗਿਆ ਉਹਦੇ ਵਿੱਚ ਕੀ ਸਿੱਧ ਹੋਣਾ? ਤੋ ਇਤਿਹਾਸ ਦੇ ਵਿੱਚ ਕੁਛ ਸਿੱਧ ਜਾਂ ਅਸਿੱਧ ਨਹੀਂ ਕਰਨਾ ਹੈ, ਨਾ ਇਤਿਹਾਸ ਦੀ ਪੜਚੋਲ ਕਰਨੀ ਹੈ, ਨਾ ਇਤਿਹਾਸ ਵੱਲ ਬਹੁਤਾ ਜਾਣਾ ਹੈ। ਖਿਆਲ ਵਿੱਚ ਰੱਖੋ, ਜਿਹੜੇ ਸਰੋਤੇ ਸੁਣਦੇ ਹਨ, ਇਤਿਹਾਸ ਦੁਆਰਾ, ਇਤਿਹਾਸ ਦੀਆਂ ਘਟਨਾਵਾਂ ਦੁਆਰਾ ਅਜੋਕੇ ਸਮੇਂ 'ਚ ਸਮਝਾਇਆ ਜਾਂਦਾ ਹੈ, ਤਾਂ ਕਿ ਤੁਹਾਨੂੰ ਸਮਝ ਵਿੱਚ ਆ ਸਕੇ ਗੱਲ ਜੋ ਕਹੀ ਜਾ ਰਹੀ ਹੈ, ਖਿਆਲ ਵਿੱਚ ਆ ਜਾਵੇ ਵੀ ਉਹ ਸਮੇਂ ਐਸਾ ਹੋਇਆ ਸੀ ਵੀ ਜਦੋਂ ਗੁਰੂ ਨੇ ਸਿਰ ਦੀ ਮੰਗ ਕੀਤੀ ਸੀ, ਉਦੋਂ ਬਹੁਤ ਸਮਝਦਾਰ ਲੋਕ, ਬਜ਼ੁਰਗ ਵੀ ਬੈਠੇ ਹੋਣਗੇ। ਬਜ਼ੁਰਗਾਂ ਦੀ ਤਾਂ ਉਮਰ ਬੀਤ ਚੁੱਕੀ ਸੀ, ਕਈਆਂ ਦੀ ਬੀਤ ਹੀ ਗਈ ਹੋਣੀ, ਉੱਠ ਕੇ ਖੜੇ ਹੋ ਜਾਂਦੇ।
ਵੀ ਚਲੋ ਅਸੀਂ ਦੇ ਦਿੰਦੇ ਹਾਂ, ਸਾਡੀ ਤੇ ਲੰਘ ਹੀ ਚੁੱਕੀ, ਪਰ ਉਹ ਨਹੀਂ ਤਿਆਰ ਹੋਏ। ਕਿਉਂਕਿ ਬਜ਼ੁਰਗ ਨੂੰ ਇੰਨਾ ਹੌਸਲਾ ਵੀ ਨਹੀਂ ਹੁੰਦਾ ਹੈ, ਸਾਹਸ ਵੀ ਨਹੀਂ ਹੁੰਦਾ ਹੈ ਬਜ਼ੁਰਗ ਕੋਲ ਵੀ ਸਿਰ ਦੇ ਸਕੇ। ਸਿਰ ਦੇਣ ਵਾਸਤੇ ਵੀ ਤੇ ਸਾਹਸ ਚਾਹੀਦਾ ਹੈ, ਹਿੰਮਤ ਚਾਹੀਦੀ, ਦੀਵਾਨਗੀ ਚਾਹੀਦੀ ਹੈ, ਕੁਛ ਬੇਪਰਵਾਹੀ ਚਾਹੀਦੀ। ਐਸੇ ਦੀਵਾਨੇ ਹੀ ਇਹ ਕੰਮ ਕਰਦੇ ਹਨ। ਅਤੇ ਜਿਹੜਾ ਪ੍ਰੇਮ ਦਾ ਮਾਰਗ ਹੈ ਨਾ, ਇਹਦੇ 'ਤੇ ਜਿਵੇਂ ਮੈਂ ਕੱਲ੍ਹ ਦੱਸਿਆ ਵੀ ਬੁੱਧੀ ਦਾ ਉਪਯੋਗ ਨਹੀਂ ਹੈ ਬਹੁਤਾ। ਇੱਥੇ ਤੇ ਸਹਿਜ ਹੀ ਪ੍ਰੇਮ ਦੁਆਰਾ ਹੀ ਆਪਣੇ ਆਪ ਹੀ ਅਗਰ ਤੁਸੀਂ ਛੱਡਦੇ ਜਾਓਗੇ ਤੇ ਮਿਟਦੇ ਜਾਓਗੇ। ਛੱਡਣਾ ਹੈ ਬਸ। ਧਿਆਨ ਦੇ ਮਾਰਗ ਤੇ ਸ਼ਬਦ ਦੁਆਰਾ ਸ਼ਬਦ ਨੂੰ ਛੱਡਣਾ ਹੈ, ਵਿਚਾਰ ਦੁਆਰਾ ਵਿਚਾਰ ਨੂੰ ਛੱਡਣਾ ਹੈ, ਗਿਆਨ ਦੁਆਰਾ ਗਿਆਨ ਨੂੰ ਛੱਡਣਾ ਹੈ, ਧਿਆਨ ਦੁਆਰਾ ਧਿਆਨ ਨੂੰ ਛੱਡਣਾ ਹੈ। ਪਰ ਪ੍ਰੇਮ ਦੇ ਮਾਰਗ ਤੇ ਛੁੱਟ ਜਾਂਦਾ ਹੈ ਅਗਰ ਪ੍ਰੇਮ ਹੋਵੇ ਤੇ। ਦੇਖਿਆ ਹੈ ਨਾ ਤੁਸੀਂ, ਸਧਾਰਨ ਪ੍ਰੇਮ ਦੇ ਵਿੱਚ ਆਦਮੀ ਸੰਸਾਰ ਨੂੰ ਛੱਡ ਦਿੰਦਾ ਹੈ, ਤੇ ਪਰਮ ਪ੍ਰੇਮ ਦੇ ਵਿੱਚ ਤੇ ਕੋਈ ਔਖਾ ਨਹੀਂ ਹੈ ਛੱਡਣਾ। ਜਿਵੇਂ ਪੰਜਾਂ ਪਿਆਰਿਆਂ ਨੇ ਛੱਡਿਆ ਹੀ ਹਨ, ਮੁੜ ਕੇ ਗਏ ਥੋੜ੍ਹੇ ਹਨ ਘਰ ਨੂੰ ਵਾਪਸ ਪਰਿਵਾਰ ਵੱਲ, ਤੇ ਬਹੁਤਿਆਂ ਨੇ ਛੱਡਿਆ ਸੀ। ਫਿਰ ਸਾਰਿਆਂ ਨੂੰ ਜ਼ਰੂਰੀ ਨਹੀਂ ਹੈ ਛੱਡ ਕੇ ਆਉਣਾ ਗੁਰੂ ਕੋਲ, ਬਹੁਤਿਆਂ ਨੇ ਘਰ ਬੈਠੇ ਹੀ ਛੱਡਿਆ ਸੀ। ਗੁਰੂ ਦਾ ਹੁਕਮ ਮੰਨ ਲਿਆ, ਆਗਿਆ ਮੰਨ ਲਈ, ਆਗਿਆ ਸਾਹਮਣੇ ਹੀ ਸਾਹਿਬ ਸੇਵਾ, ਤੋ ਘਰ ਬੈਠੇ ਗੁਰੂ ਧਿਆਇਓ। ਉਹਨਾਂ ਨੇ ਗੁਰੂ ਨੂੰ ਉੱਥੇ ਹੀ ਪਾ ਲਿਆ ਜਿਨ੍ਹਾਂ ਨੇ ਗੁਰੂ ਦੀ ਆਗਿਆ ਮੰਨੀ, ਗੁਰੂ ਦਾ ਹੁਕਮ ਮੰਨੀ। ਤੇ ਗੁਰੂ ਦੀ ਆਗਿਆ, ਗੁਰੂ ਦਾ ਹੁਕਮ, ਉਹ ਹੀ ਗੁਰੂ ਦੀ ਸੇਵਾ ਹੈ। ਤੇ ਸੇਵਾ ਉਹੀ ਕਰਦਾ ਹੈ ਜਿਹਦੇ ਅੰਦਰ ਪ੍ਰੇਮ ਹੋਵੇ, ਸ਼ਰਧਾ ਹੋਵੇ। ਬਿਨਾਂ ਸ਼ਰਧਾ ਤੋਂ ਸੇਵਾ ਨਹੀਂ ਹੁੰਦੀ, ਤੇ ਬਿਨਾਂ ਸੇਵਾ ਤੋਂ ਪਾਰ ਉਤਾਰਾ ਨਹੀਂ।